ਅੱਜ ਅਸੀਂ ਪਹੁੰਚੇ ਹਾਂ ਸ਼ੂਰ ਹਸਪੀਟਲ ਕੜਾ ਖਜ਼ਾਨਾ 'ਚ ਸ਼ੂਰ ਹਸਪੀਟਲ ਸਥਿਤ ਹੈ ਤੇ ਸਾਡੇ ਨਾਲ ਨੇ ਡਾਕਟਰ ਸੂਰਜ ਸ਼ੂਰ। ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਦੱਸ ਦਈਏ ਮਲਟੀ ਸਪੈਸ਼ਲਿਟੀ ਹਸਪੀਟਲ ਹੈ। ਹੋਰ ਵੀ ਇਹਨਾਂ ਨੇ ਕਈ ਸੇਵਾਵਾਂ ਸ਼ੁਰੂ ਕੀਤੀਆਂ ਨੇ। ਡਾਕਟਰ ਸਾਹਿਬ ਆਪ ਜਿਹੜੇ ਨੇ ਉਹ ਮੈਡੀਸਨ ਦੇ ਡਾਕਟਰ ਨੇ। ਡਾਕਟਰ ਸਾਹਿਬ ਨਮਸਕਾਰ ਜੀ। ਪਹਿਲੇ ਤਾਂ ਮੈਂ ਚਾਹਾਂਗਾ ਡਾਕਟਰ ਸਾਹਿਬ ਤੁਸੀਂ ਜਦੋਂ ਇਹ ਹਸਪੀਟਲ ਸ਼ੁਰੂ ਕੀਤਾ ਸੀਗਾ, ਮੈਨੂੰ ਯਾਦ ਹੈ 2-3 ਮਰੀਜ਼ਾਂ ਤੋਂ ਤੁਸੀਂ ਸ਼ੁਰੂ ਕੀਤਾ ਸੀ, ਅੱਜ 100 ਹਸਪੀਟਲ ਦੇ ਬੈੱਡ ਤੱਕ ਪਹੁੰਚ ਗਏ ਤੁਸੀਂ। ਯੈਸ, ਨਮਸਕਾਰ ਜੀ ਭੰਡਾਰੀ ਸਾਹਿਬ। ਤੁਸੀਂ ਸਹੀ ਕਿਹਾ, 2005 ਦੇ ਵਿੱਚ ਅਸੀਂ ਜਿਹੜੀ ਪੁਰਾਣੀ ਬਿਲਡਿੰਗ ਸੀ ਉੱਥੇ ਹਸਪੀਟਲ ਸ਼ੁਰੂ ਕੀਤਾ ਸੀ। ਐਟ ਦੈਟ ਟਾਈਮ ਇਟ ਵਾਜ਼ ਅਰਾਊਂਡ 20 ਬੈਡਡ ਹਸਪੀਟਲ ਔਰ 2 OPD ਸੀਗੀਆਂ। ਔਰ ਉਸ ਤੋਂ ਬਾਅਦ ਅਸੀਂ ਅੱਜ ਇਹਨੂੰ 100 ਬੈੱਡ 'ਚ ਕਨਵਰਟ ਕੀਤਾ ਹੈ, ਮਲਟੀ ਸਪੈਸ਼ਲਿਟੀ ਸੈਂਟਰ, ਮਲਟੀ ਸੁਪਰ ਸਪੈਸ਼ਲਿਟੀ ਸੈਂਟਰ 'ਚ ਇਹਨੂੰ ਕਨਵਰਟ ਕੀਤਾ ਹੈ। ਅਤੇ ਹਰ ਤਰ੍ਹਾਂ ਦੀ ਸੇਵਾਵਾਂ, ਚਾਹੇ ਉਹ ICU ਸੇਵਾਵਾਂ ਹੈ। ICU ਸਾਡੇ ਕੋਲ ਅੱਜ ਦੀ ਡੇਟ 'ਚ 45 ਬੈੱਡ ਦਾ ICU ਹੈ, ਜਿਹੜਾ ਕਿ ਸ਼ਹਿਰ ਦੇ ਵਿੱਚ ਹੋਰ ਕਿਸੇ ਕੋਲ ਨਹੀਂ ਹੈ। ਮੋਡੂਲਰ OT NABH ਨੇ ਮਿਨੀਮਮ 1 ਰਿਕੁਆਇਰਮੈਂਟ ਦਿੱਤੀ। ਅਸੀਂ ਮਿਨੀਮਮ 2 ਮੋਡੂਲਰ OT ਪਲੱਸ ਸਾਡੇ ਕੋਲ ਜਨਰਲ OT 2 ਹੋਰ ਹੈਗੇ। ਇਸ ਤੋਂ ਇਲਾਵਾ ਸਾਡੇ ਕੋਲ ਫੁੱਲੀ ਇਕਿਪਡ ਰੂਮਸ ਹੈ। ਸਾਡੀ ਸਰਵਿਸਿਜ਼ ਜਿਹੜੀਆਂ ਡਾਕਟਰ ਦੀ ਸਰਵਿਸਿਜ਼, ਸਾਡੇ ਸਟਾਫ ਦੀ ਸਰਵਿਸਿਜ਼, ਸਾਰੀਆਂ A ਕਲਾਸ ਸਰਵਿਸਿਜ਼ ਅਸੀਂ ਦੇ ਰਹੇ। ਡਾਕਟਰ ਸਾਹਿਬ ਤੁਸੀਂ ਸਿੰਗਲ ਹੈਂਡਡ ਸ਼ੁਰੂ ਕੀਤਾ ਸੀ, ਡਾਕਟਰ ਗਾਇਤਰੀ ਨੇ ਤੇ ਬਾਅਦ 'ਚ ਤੁਹਾਨੂੰ ਜੁਆਇਨ ਕੀਤਾ, ਅਤੇ ਕਦੀ ਡਰ ਨਹੀਂ ਲੱਗਿਆ ਜੀ ਐਡਾ ਵੱਡਾ ਸੈਟਅਪ ਬਣਾ ਰਹੇ? ਸਿੰਗਲ ਹੈਂਡਲੀ ਨਹੀਂ ਸ਼ੁਰੂ ਕੀਤਾ ਮੈਂ। ਡਾਕਟਰ ਗਾਇਤਰੀ ਨੂੰ ਨਾਲ, ਇਹਨਾਂ ਦੀ ਸਪੋਰਟ ਦੇ ਨਾਲ, ਮੇਰੇ ਫਾਦਰ ਮਦਰ ਦੀ ਸਪੋਰਟ ਦੇ ਨਾਲ ਹੀ ਇਹ ਹਸਪੀਟਲ ਸ਼ੁਰੂ ਹੋਇਆ ਸੀ। ਹਾਂ, ਇਹ ਹੈਗਾ ਕਿ ਉਸ ਟਾਈਮ 'ਤੇ ਡਾਕਟਰ ਗਾਇਤਰੀ ਸਾਡੇ ਛੋਟੇ ਬੱਚੇ ਸੀ, ਇਸ ਕਰਕੇ ਥੋੜ੍ਹਾ ਜਿਹਾ ਘੱਟ ਟਾਈਮ ਦੇ ਪਾਉਂਦੇ ਸੀ, ਪਰ ਮੈਡਮ ਤੋਂ ਬਿਨਾਂ ਇਹ ਹਸਪੀਟਲ ਇੱਥੇ ਨਹੀਂ ਪਹੁੰਚਿਆ। ਇਹਨਾਂ ਦੀ ਸਪੋਰਟ ਦੇ ਨਾਲ ਹੀ ਮੈਂ ਇੱਥੇ ਪਹੁੰਚਿਆ। ਕਿਹੜੀ ਸਪੈਸ਼ਲਿਟੀ 'ਚ ਤੁਸੀਂ ਜਿਹੜੇ ਦੇਖੋ ਲੰਬਾ ਸਮਾਂ ਤੁਸੀਂ ਡਾਕਟਰ, ਕਿਸ ਤਰ੍ਹਾਂ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਆ ਅਤੇ ਕਿਸ ਤਰ੍ਹਾਂ ਦੇ ਪੇਸ਼ੈਂਟ ਤੁਸੀਂ ਟਰੀਟ ਕਰ ਰਹੇ ਹੋ? ਦੇਖੋ, ਇਹ ਬੜਾ ਹੀ ਕੰਜਸਟਡ ਏਰੀਆ ਹੈ। ਖਜ਼ਾਨਾ ਗੇਟ ਇਹਦੇ ਲਾਗੇ ਜਾ ਕੇ ਤੁਸੀਂ ਦੇਖੋ ਕਿੰਨੇ ਹੀ ਏਰੀਆ, ਪੂਰੀ ਵਾਲ ਸਿਟੀ ਇਹਦੇ ਅੰਦਰ ਪੈਂਦੀ ਹੈ। ਇੱਥੇ ਹਰ ਤਰ੍ਹਾਂ ਦਾ ਮਰੀਜ਼ ਹੈ। ਔਰ ਸਭ ਤੋਂ ਜ਼ਿਆਦਾ ਪ੍ਰੋਬਲਮ ਜੋ ਮੈਂ ਦੇਖੀ ਹੈ ਉਹ ਡਾਇਬਟੀਜ਼ ਦੀ ਹੈ, ਸ਼ੂਗਰ ਦੀ ਪ੍ਰੋਬਲਮ, ਹਾਰਟ ਦੀ ਪ੍ਰੋਬਲਮ, ਕੋਲੈਸਟਰੋਲ ਦੀ ਪ੍ਰੋਬਲਮ, ਓਬੈਸਿਟੀ ਦੀ ਪ੍ਰੋਬਲਮ ਇਹ ਦਿਨ ਬ ਦਿਨ ਵਧੀ ਜਾ ਰਹੀ ਹੈ। ਔਰ ਤੁਸੀਂ ਦੇਖੋ ਅੰਦਰ ਇੰਨੀ ਗੰਦਗੀ ਹੈ ਔਰ ਚੈਸਟ ਦੀ ਪ੍ਰੋਬਲਮਸ ਵੀ ਬਹੁਤ ਜ਼ਿਆਦਾ ਹੈ। ਇਹ ਸਾਰੇ ਡੇਲੀ ਆਲਮੋਸਟ ਮੇਰੇ ਕੋਲ ਅਰਾਊਂਡ 60-70 ਦੀ OPD ਹੈ, ਅਤੇ ਉਹਦੇ ਵਿੱਚੋਂ 60% 70% ਪੇਸ਼ੈਂਟ ਜਿਹੜੇ ਆ ਡਾਇਬਟਿਕ ਅਤੇ ਹਾਈਪਰਟੈਂਸਿਵ ਅਤੇ ਹਾਰਟ ਡਿਜ਼ੀਜ਼ ਦੇ ਪੇਸ਼ੈਂਟ ਹੈਗੇ। ਡਾਕਟਰ ਸਾਹਿਬ ਹੁਣ ਤੁਸੀਂ ਜਿਵੇਂ ਅੰਡਰ ਵਨ ਰੂਫ ਕੁਝ ਸਪੈਸ਼ਲਿਟੀ OPD ਸ਼ੁਰੂ ਕਰ ਰਹੇ ਹੋ, ਇਹ ਆਈਡੀਆ ਤਾਂ ਹੀ ਕਿਉਂ ਆਇਆ ਤੁਹਾਡੇ 'ਚ, ਅਤੇ ਕਿਹੜੇ ਡਾਕਟਰ ਹੁਣ ਇੱਥੇ ਸੇਵਾਵਾਂ ਦੇਣਗੇ ਆਪਣੀਆਂ? ਸਰ ਇਸ ਤਰ੍ਹਾਂ ਹੁਣ ਨਾ ਕੰਸੈਪਟ ਹੌਲੀ ਹੌਲੀ ਚੇਂਜ ਹੋ ਰਿਹਾ ਹੈ। ਔਰ ਸ਼ਹਿਰ ਵਾਸੀਆਂ ਨੂੰ ਵੀ ਤੁਸੀਂ ਦੇਖੋ, ਹਰ ਬੰਦੇ ਦਾ ਪਹਿਲਾਂ ਇਹ ਹੁੰਦਾ ਸੀਗਾ ਕਿ ਲੋਕ ਕੈਮਿਸਟ ਤੋਂ ਮੈਡੀਸਿਨ ਲੈ ਕੇ ਇਲਾਜ ਕਰਾ ਦਿੰਦੇ ਸੀਗੇ, ਛੋਟੇ ਕਲੀਨਿਕਸ ਤੋਂ ਲੈ ਆਉਂਦੇ ਸੀ। ਹੁਣ ਇੱਕ ਕੰਸੈਪਟ ਚੇਂਜ ਹੋ ਗਿਆ। ਅਗਰ ਕਿਸੇ ਨੂੰ ਪੇਟ ਦੀ ਕੋਈ ਪ੍ਰੋਬਲਮ ਹੁੰਦੀ, ਉਹ ਕਹਿੰਦਾ ਪੇਟ ਦਾ ਡਾਕਟਰ ਕਿੱਥੇ ਹੈ। ਜੇ ਉਹਨੂੰ ਗਲੇ ਦੀ ਕੋਈ ਪ੍ਰੋਬਲਮ ਹੁੰਦੀ, ENT ਡਾਕਟਰ ਕਿੱਥੇ ਹੈ। ਚੈਸਟ ਦੀ ਪ੍ਰੋਬਲਮ ਹੁੰਦੀ ਹੈ, ਤਾਂ ਚੈਸਟ ਦਾ ਡਾਕਟਰ ਕਿੱਥੇ ਹੈ। ਜੇ ਸ਼ੂਗਰ ਦੀ ਪ੍ਰੋਬਲਮ, ਤਾਂ ਸ਼ੂਗਰ ਦਾ ਡਾਕਟਰ ਕਿੱਥੇ। ਮੀਨਸ ਹਰ ਬੰਦੇ ਦਾ ਕੰਸੈਪਟ ਚੇਂਜ ਹੈ। ਔਰ ਦਿਨ ਬ ਦਿਨ ਇਹ ਚੀਜ਼ਾਂ ਦੇਖੋ, NABH ਐਕ੍ਰੈਡੀਟੇਸ਼ਨ ਵੀ FI ਕਹਿੰਦੀ ਹੈ ਕਿ ਤੁਹਾਡੇ ਕੋਲ ਅੰਡਰ ਵਨ ਰੂਫ ਇਹ ਸਪੈਸ਼ਲਿਟੀਜ਼ ਹੋਣੀ ਚਾਹੀਦੀਆਂ। ਔਰ ਅਗਰ ਅਸੀਂ ਆਪਣੇ ਹਸਪੀਟਲ ਨੂੰ ਇਹਨੂੰ ਟਾਈਮ ਟੂ ਟਾਈਮ ਨਹੀਂ ਵਧਾਵਾਂਗੇ ਤਾਂ ਤੁਸੀਂ ਸਟੈਗਨੇਟ ਹੋ ਜਾਓਗੇ। ਇਸ ਲਈ ਅਸੀਂ ਹਰ ਤਰ੍ਹਾਂ ਦੀ ਸਪੈਸ਼ਲਿਟੀ ਸ਼ਹਿਰ ਦੇ ਵਿੱਚ ਸ਼ੁਰੂ ਕਰ ਰਹੇ ਹਾਂ, ਜਿਸ ਦੇ ਵਿੱਚ ਹਰ ਤਰ੍ਹਾਂ ਦੇ ਰੋਗ ਦੇ ਡਾਕਟਰ ਇੱਥੇ ਬੈਠਣਗੇ ਔਰ ਮਰੀਜ਼ਾਂ ਦਾ ਇਲਾਜ ਕਰਨਗੇ। ਸਪੈਸ਼ਲਾਈਜੇਸ਼ਨ ਦਾ ਜ਼ਮਾਨਾ ਹੋ ਗਿਆ, ਤਾਂ ਹੀ ਤੁਸੀਂ 1 ਤਰੀਕ ਤੋਂ ਸ਼ਾਇਦ 1 ਨਵੰਬਰ ਤੋਂ ਅੰਡਰ ਵਨ ਰੂਫ ਤਮਾਮ ਜਿਹੜੀਆਂ ਫੈਸਿਲਿਟੀਜ਼ OPD ਦੀ ਸ਼ੁਰੂ ਕਰ ਰਹੇ ਹਾਂ। 1 ਤਰੀਕ ਨੂੰ ਅਸੀਂ OPD ਸਰਵਿਸਿਜ਼ ਸਾਰੀਆਂ ਸਪੈਸ਼ਲਿਟੀਜ਼, ਵੈਸੇ ਸਾਡੇ ਕੋਲ 4 to 5 ਸਪੈਸ਼ਲਿਟੀਜ਼ ਆਲਰੇਡੀ OPD ਚੱਲਦੀਆਂ ਵੀ ਹੈ, ਪਰ ਅਸੀਂ ਸਾਰੀ ਡਿਪਾਰਟਮੈਂਟਸ ਦੀਆਂ ਜਿੰਨੇ ਵੀ ਸਾਡੇ ਡਿਪਾਰਟਮੈਂਟਸ ਹੈ ਉਹਦੇ ਅੰਡਰ ਸਾਰੀਆਂ OPDਆਂ 1 ਤਰੀਕ ਤੋਂ ਸ਼ੁਰੂ ਕਰ ਰਹੇ ਹਾਂ। ਅਤੇ ਡਾਕਟਰ ਸਾਹਿਬ ਡਾਕਟਰਾਂ ਦੇ ਨਾਮ ਲੈਣਾ ਚਾਹੋਗੇ ਜਿਹੜੇ ਡਾਕਟਰ ਤੁਹਾਨੂੰ ਜੁਆਇਨ ਕਰ ਰਹੇ? ਹਾਂ, ਬਿਲਕੁਲ ਲੈਣਾ ਚਾਹਾਂਗਾ। ਮੇਰੇ ਕੋਲ ਦੇਖੋ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ OPD ਮੈਡੀਸਿਨ ਦੀ, ਜਿੱਦਾਂ ਮੈਂ ਤੁਹਾਨੂੰ ਦੱਸਿਆ, ਉਹਦੇ ਵਿੱਚ ਅੱਗੇ ਕੀ ਹੁੰਦਾ ਸੀਗਾ ਕਿ ਸਪੋਜ਼ ਮੈਂ 12 ਵਜੇ ਆਇਆ ਅਤੇ ਜਾਂ 11 ਵਜੇ ਆਇਆ, ਉਹਦੇ ਵਿੱਚ ਰਾਊਂਡਸ ਵੀ ਕਰਨੇ, ਐਮਰਜੈਂਸੀਜ਼ ਵੀ ਦੇਖਣੀਆਂ, ਅਤੇ OPD ਸਰਵਿਸਿਜ਼ ਥੋੜ੍ਹੀਆਂ ਘੱਟ ਜਾਂਦੀਆਂ ਸੀਗੀਆਂ ਕਿ ਟਾਈਮ ਮੈਂ 2-3-4 ਘੰਟੇ ਹੀ OPD 'ਚ ਦੇ ਪਾਉਂਦਾ ਸੀਗਾ, ਕਿਉਂਕਿ ਐਮਰਜੈਂਸੀ ਸਾਰੀ ਮੈਂ ਦੇਖਦਾ ਖੁਦ। ਔਰ ਜਿੰਨਾ ਵੀ ਪੇਸ਼ੈਂਟ ਹੈ ICU ਦਾ ਜਾਂ ਉਹਦੇ ਵਿੱਚ ਫਿਰ ਟਾਈਮ ਘੱਟ ਜਾਂਦਾ ਸੀ OPD ਦਾ। ਹੁਣ ਸ਼ਹਿਰ ਦੇ ਲੋਕਾਂ ਦੀ ਵੀ ਡਿਮਾਂਡ ਸੀਗਾ ਕਿ ਸ਼ਹਿਰ ਦੇ ਵਿੱਚ ਮੈਡੀਸਿਨ ਦੀ OPD ਸਾਰਾ ਦਿਨ ਹੋਣੀ ਚਾਹੀਦੀ ਹੈ। ਇਸ ਲਈ ਸਵੇਰੇ 9 ਤੋਂ ਲੈ ਕੇ ਅਰਾਊਂਡ 1-2 ਵਜੇ ਤੱਕ ਡਾਕਟਰ ਅਰਵਿੰਦ ਸ਼ਰਮਾ ਬਹਿਣਗੇ। ਉਸ ਤੋਂ ਬਾਅਦ ਮੈਂ 5-6 ਵਜੇ ਤੱਕ ਬੈਠਾਂਗਾ, ਔਰ ਸ਼ਾਮ ਦੀ OPD ਡਾਕਟਰ JP ਐਂਡ ਡਾਕਟਰ ਅਨਿਲ ਖੰਨਾ ਦੇਖਣਗੇ ਮੈਡੀਸਿਨ ਦੀ। ਡਾਕਟਰ ਸਾਹਿਬ ਹੋਰ ਤੁਸੀਂ ਕੁਝ ਦੱਸਣਾ ਚਾਹੋ? ਇਸ ਤੋਂ ਇਲਾਵਾ ਅਸੀਂ ਸਰਜਰੀ ਦੀ OPD ਸ਼ੁਰੂ ਕਰ ਰਹੇ ਹਾਂ, ਡਾਕਟਰ ਸਿੱਧੂ ਬੈਠਣਗੇ। ਇਸ ਤੋਂ ਇਲਾਵਾ ਓਂਕੋਲੋਜੀ ਕੈਂਸਰ ਦੀ OPD ਡਾਕਟਰ ਨੀਰਜ ਜੈਨ ਦੇਖਣਗੇ। ਡਾਕਟਰ ਵਿਵੇਕ ਗੁਪਤਾ ਸਾਡੇ ਕੋਲ ਦਿੱਲੀ ਤੋਂ ਆਉਂਦੇ ਹੈ, ਉਹ ਕੈਂਸਰ ਸਰਜਰੀ ਦੇ ਮਾਹਰ ਹੈ ਔਰ ਬਹੁਤ ਹੀ
ਸਰਜਰੀ ਸੋ ਸਾਡੇ ਹਸਪੀਟਲ 'ਚ ਕਰ ਚੁੱਕੇ, ਉਹਨਾਂ ਦੀ ਮੰਡੇ ਤੋਂ ਮੰਡੇ ਸਾਡੇ ਓਪੀਡੀ ਹੋਏਗੀ। ਪਲਾਸਟਿਕ ਸਰਜਰੀ ਦੀ ਓਪੀਡੀ ਕਰ ਰਹੇ ਹਾਂ, ਔਰਥੋਪੈਡਿਕ ਦੀ ਓਪੀਡੀ ਸ਼ੁਰੂ ਕਰ ਰਹੇ ਹਾਂ, ਹਰ ਤਰ੍ਹਾਂ ਦੀ ਓਪੀਡੀ ਸ਼ੁਰੂ ਕਰ ਰਹੇ ਹਾਂ। ਸਵਾਲ ਹੈ, ਲੋਕਾਂ ਦੇ ਮਨ 'ਚ ਬੜਾ ਰਹਿੰਦਾ ਵੀ ਇਲਾਜ ਬੜਾ ਮਹਿੰਗਾ ਹੋ ਗਿਆ। ਇਲਾਜ ਮਹਿੰਗਾ ਨਹੀਂ ਹੈ, ਮੈਨੂੰ ਲੱਗਦਾ ਕਿ ਸਾਡਾ ਹਸਪੀਟਲ ਬਹੁਤ ਹੀ ਘੱਟ ਰੇਟਾਂ 'ਚ ਇਲਾਜ ਕਰ ਰਿਹਾ। ਇਹ ਤੁਸੀਂ ਸਾਡੀ ਰੇਟ ਲਿਸਟ ਵੀ ਦੇਖ ਸਕਦੇ ਹੋ। ਔਰ ਹਰ ਮਹੀਨੇ ਅਸੀਂ 5 ਤੋਂ 7 ਜਾਂ 10 ਗਰੀਬ ਲੋਕਾਂ ਦਾ ਫ੍ਰੀ ਇਲਾਜ ਵੀ ਕਰਦੇ ਹਾਂ। ਔਰ ਅੱਗੋਂ ਵੀ ਜੇ ਅਸੀਂ ਇੰਨੀ ਮਲਟੀ ਸਪੈਸ਼ਲਿਟੀ ਓਪੀਡੀ ਕਿਤੇ ਵੀ 1000 ਰੁਪਏ ਓਪੀਡੀ ਜਾਂ 700 ਰੁਪਏ ਓਪੀਡੀ ਇੰਨੇ 'ਤੇ ਚੱਲਦੀ ਹੈ ਮਲਟੀ ਸਪੈਸ਼ਲਿਟੀ ਜਿਹੜੇ ਸੁਪਰ ਸਪੈਸ਼ਲਿਟੀ ਸਰਵਿਸ ਹੈ, ਅਸੀਂ ਉਹਨੂੰ ਵੀ ਘੱਟ ਰੇਟਾਂ 'ਚ ਹੀ ਸ਼ੁਰੂ ਕਰ ਰਹੇ ਹਾਂ। ਔਰ ਜੇ ਕੋਈ ਵੀ ਗਰੀਬ ਤਬਕਾ ਜਾਂ ਗਰੀਬ ਲੋਕ ਨਹੀਂ ਦੇ ਪਾਣਗੇ ਉਸ ਇਲਾਜ ਦਾ ਓਪੀਡੀ ਦੇ ਸਰਵਿਸਿਜ਼ ਨਹੀਂ ਲੈ ਪਾਣਗੇ ਕਿ ਹਾਂ ਇੰਨੇ ਪੈਸੇ ਦੇ ਕੇ, ਅਸੀਂ ਉਹਨੂੰ ਵੀ ਫ੍ਰੀ ਕਰਾਂਗੇ। ਧੰਨਵਾਦ। ਇਹ ਸਨ ਡਾਕਟਰ ਸੂਰਜ ਸ਼ੂਰ ਜਿਨ੍ਹਾਂ ਦੱਸਿਆ ਵੀ ਸੁਪਰ ਸਪੈਸ਼ਲਿਟੀ ਹਸਪੀਟਲ ਸ਼ੂਰ 'ਚ ਹੋਰ ਕਿਹੜੀਆਂ ਸੇਵਾਵਾਂ ਸ਼ੁਰੂ। ਸਾਡੇ ਨਾਲ ਨੇ ਡਾਕਟਰ ਗਾਇਤਰੀ ਸ਼ੂਰ, ਇਹ ਗਾਇਨੋਕੋਲੋਜਿਸਟ ਨੇ। ਡਾਕਟਰ ਸਾਹਿਬ, ਸਵਾਲ ਇਹ ਹੈ ਵੀ ਬਿਮਾਰੀਆਂ ਬਹੁਤ ਵੱਧ ਰਹੀਆਂ, ਤੁਸੀਂ ਲੰਬੇ ਸਮੇਂ ਤੋਂ ਲੇਡੀਜ਼ ਦਾ ਟ੍ਰੀਟमेंट कर रहे हो, क्या लेडीज़ अनीमिक बहुत ज़्यादा हैं आजकल? स्टडी भी आई है। रीज़न खान पान और लाइफस्टाइल। यहाँ के लोगों का जो खान पान है बेसिकली वो ग्रीन वेजिटेबल डिपेंडेंट नहीं है। दे आर टेकिंग ओनली प्रोटीन डाइट, पनीर खा लिया, चीज़ खा लिया, ये सब चीज़ें बहुत ज़्यादा खाते हैं। तो ग्रीन चीज़ें ना खाने की वजह से ही एक तो अनीमिया होता है। दूसरी बात, गंदगी, हाइजीन नहीं है। हाइजीन ना होने की वजह से वर्म इन्फेस्टेशन वगैरह होती है, उसकी वजह से भी अनीमिया होती है। और बहुत सारे और भी कारण हैं जो हमारी लेडीज़ अपना खुद का ध्यान नहीं रखती, उसकी वजह से अनीमिया तो होना ही है। और लगभग आप लगा लीजिए कि 90% ऑफ इंडियन सोसाइटी इज़ एनीमिक ड्यू टू ऑल दीज रीजंस। डॉक्टर साहब, ये कहा जाता है, देखिए जब बीमार होना है डॉक्टर के पास आना ही है मरीज़, प्रिवेंशन इज़ बेटर देन क्योर। यस, नो डाउट प्रिवेंशन इज़ बेटर देन क्योर। उसमें यही आ जाता है, आप अपनी दिनचर्या अच्छी रखें, अपना लाइफस्टाइल अच्छा रखें और सीज़न के हिसाब से खाना खाएं। बहुत ज़रूरी चीज़ है सीज़नल चीज़ें खाना। आजकल ट्रेंड बन गया है लिफाफा पैक खाने का, प्रोटीन पैक खाने का। और हम अपने यहाँ जो अवेलेबल चीज़ें हैं पूरे इंडिया में, नॉट इन दिस एरिया ओनली, वी आर सो लकी कि हमारे इंडिया में हर चीज़ की अवेलेबिलिटी है सीज़न के अकॉर्डिंगली। तो अगर हम सीज़न के अकॉर्डिंग और अपने हेल्थ को देखते हुए खाना खाएंगे, और अगर हो सके तो अपने डॉक्टर की सलाह, अगर आपको समझ नहीं आता है तो अपने डॉक्टर की सलाह से पूछ के खाना खाएंगे और ढंग से खाएंगे, तो एनीमिया नाम की समस्या कहीं नहीं रहेगी और बहुत सारे रोग भी नहीं रहेंगे। अच्छा सब, एक प्रचलन हो चला है आजकल, कहते हैं, देखिए धारणा है सिजेरियन बढ़ गए हैं, उन्हें बढ़ाया गया है, या आज जो नौजवान पीढ़ी है वो नॉर्मल डिलीवरी चाहती नहीं, इसलिए सिजेरियन करवा रहे हैं। वेरी ट्रिकी क्वेश्चन। बेसिकली लोगों के दिमाग में जो ये कंसेप्ट है कि डॉक्टर सिजेरियन कर देते हैं, ऐसा नहीं होता। सिजेरियन जो बना था वो जच्चा और बच्चा की सेफ्टी के लिए बना था। तो जब डॉक्टर को ऐसा महसूस होता है कि इसमें जच्चा या बच्चा कहीं भी कॉम्प्रोमाइज़ है, तो वो सिजेरियन की एडवाइस करते हैं। और बेसिकली डॉक्टर को ये पता होता है कि किस कंडीशन पे रिस्क बढ़ने वाला है। सो वी एडवाइज देम कि अगर ये चीज़ हो चुकी है, अगर ऐसा होगा तो रिस्क बढ़ जाएगा, सो वाई टू टेक रिस्क। तो हम उनको पहले बता देते हैं, इसलिए लोगों के दिमाग में शायद ऐसा हो गया। बाकी जो दूसरी बात, एनीमिया और भी बहुत सारे रीज़न, जवान पीढ़ी अपने आप को बहुत ज़्यादा पेन नहीं ले सकती, लैक ऑफ एक्सरसाइज, स्ट्रेचिंग नहीं है बॉडी में, लॉट्स ऑफ रीज़न, दैट्स वाई सिजेरियन हैज़ इंक्रीज्ड। बट डॉक्टर ने सिजेरियन इंक्रीज़ नहीं किया, ये मैं इसको 100% खंडित करती हूँ। डॉक्टर साहब, एक सवाल है, आप डॉक्टर हैं, माँ भी हैं, गृहिणी भी हैं, सबको बैलेंस कैसे, हॉस्पिटल में भी समय देना है, कैसे बैलेंस करती हैं? ईश्वर की शक्ति, भक्ति और अपनी दिनचर्या, बैलेंस डाइट, बैलेंस लाइफ, दिस इज। कुछ मैसेज देना चाहें आप? दिवाली के अवसर पे मैं तो सबसे पहले शुभकामनाएं देना चाहूँगी और यही कहना चाहूँगी कि अपने आप को हेल्दी रखने के लिए अपने लाइफस्टाइल में चेंज लाएं, अपना खान पीन बदलें। कोई बहुत मुश्किल काम नहीं, अगर आप डिसिप्लिन बना लें तो सब कुछ पॉसिबल है, आप सब कुछ कर सकते हैं। क्योंकि यही एक इंसान का दिमाग है जो कंप्यूटर बनाता है, तो ये छोटा सा काम हम क्यों नहीं कर सकते। उसके लिए जस्ट एक चीज़ चाहिए, डिसिप्लिन एंड डेडिकेशन, और एवरीथिंग इज़ पॉसिबल। अब हम आपकी मुलाकात कराएंगे जेपी शूर, जो कि किसी पहचान के मोहताज नहीं हैं, डीएवी मैनेजमेंट में बहुत बड़े ओहदे पर हैं और सूरज शूर इन्हीं के बेटे हैं। पहले तो शूर साहब, आपको बधाई कि आपके बच्चे ने छोटे से हॉस्पिटल को आज मल्टी स्पेशलिटी और 100 बिस्तरों वाला अस्पताल बना दिया है, क्या कहना चाहेंगे? पहले तो मैं आपका धन्यवाद करता हूं भंडारी साहब कि आपने बहुमूल्य समय में से कुछ समय निकाला शूर परिवार के साथ मिलने का, उनके साथ इंटरेक्ट करने का। अपने बच्चों के बारे में बात करने से पहले मैं अपनी लाइफ के बारे में बताना चाह रहा हूँ। मैं जब अपना कुछ होश संभाला तो मेरे माइंड में था
लोग कहा करते थे कि ये टीचिंग इज़ द लास्ट प्रायोरिटी, पर मेरे मन में था कि टीचर शुड बी द फर्स्ट सिटीजन इन इंडिया, और वही मैंने अडॉप्ट किया। मैं अध्यापक बना क्योंकि मेरे मन में रहता है कि जो अध्यापक है एक नेशन बिल्डर है, अध्यापक एक गुरु है, और कहा जाता है कि वी शुड हैव एम इन वन लाइफ एंड टू अचीव दैट एम वी शुड पुट इन आवर बेस्ट एफर्ट। और मैंने वैसा करने की कोशिश की। परमात्मा ने बहुत बड़ा आशीर्वाद दिया, मैं अच्छा टीचर भी बना, अच्छा प्रिंसिपल भी बना, आज एक डायरेक्टर के तौर पे कार्य कर रहा हूँ। और आप सभी जानते हो कि शायद मैं परफेक्ट हूँ कि नहीं, पर आई एम फुली सेटिस्फाइड, आई एम फुली कंटेंटेड, because in teaching line there are two prestigious honors, that is state award and national award. Both the honors I have achieved. It means I have got the perfection teaching line. दूसरी मेरी बात ये थी, जब टीचिंग लाइन में मैं काम करता रहा तो मेरे माइंड में था कि हेल्थ का विषय बहुत ही महत्वपूर्ण है, जिसकी कहते हैं साउंड माइंड लिव्स इन ए साउंड बॉडी। जो जिस आदमी का स्वास्थ्य ठीक है वो मेंटली भी ठीक है। तो मेरे मन में था कि मेरे बच्चे होनहार बने और डॉक्टर बने। परमात्मा ने मेरी बात मान ली, परमात्मा मेरे पे बहुत दयालु रहा, मेरा बेटा डॉक्टर बना और मेरे बेटे ने अपनी वाइफ को, मेरी बेटी को एक डॉक्टर के तौर भी साथ लेके आए, और दोनों ने, मैंने इनको रात दिन कार्य करते देखा, और आई एम ओवरवेल्म to say that they are putting in their best effort in this profession। और यदि मैं कहूँ परमात्मा इनको नज़र न लगाए, जितना अच्छा ये कार्य कर रहे हैं, डेडिकेटेड डॉक्टर के तौर पे कार्य कर रहे हैं, इनका मुकाबला कोई नहीं हो सकता। जैसे मैंने टीचिंग लाइन में अपना कार्य किया, उसी तरह ये अपनी मेडिकल लाइन में कार्य कर रहे हैं। मुझे एक घटना बताने में कोई भी हिचक नहीं। एक बार मैं दिल्ली से यहाँ आया तो यहाँ एक बहन भाई, उनको सांप ने काटा हुआ था। मैं जब अपने घर में एंट्री किया तो लोग मॉब में यहाँ इकट्ठे थे, जैसे रो कर ला रहे थे। मैंने पता नहीं क्या हो गया। वो कहते हैं भाई हमारे दोनों बच्चों को सांप ने काट लिया, अब पता नहीं उन्होंने बचना है कि नहीं बचना। इन्होंने 2-3 दिन मैं इधर रहा, रात दिन कार्य किया, और परमात्मा के उस आशीर्वाद से वो दोनों बच्चे बच गए। और मुझे उस दिन ऐसे लगा कि जो मैंने अपने बच्चों के बारे में सोचा वो आज सोसाइटी को दे रहे हैं। तो टुडे आई एम फुल्ली सेटिस्फाइड एज एजुकेशनिस्ट और बच्चों की एज मेडिकल ऑफिसर, आई एम फुली सेटिस्फाइड। धन्यवाद। मैं एक बात आपको दर्शकों को बता दूं, जेपी शुभ, मैं जब 9वीं क्लास में पढ़ता था, डीएवी स्कूल का ही मैं स्टूडेंट हूं। ये फिजिकल एजुकेशन के टीचर हुआ करते तब, इनसे मार भी हमने खाई है, लेकिन ढेर सारी इनको शुभकामनाएं, शूर परिवार को शुभकामनाएं। इनको इनकी ओर से जो अंडर वन रूफ तमाम सेवाएं शुरू की गई हैं। आप आइए, भगवान ना करे आपको कभी आपकी सेहत खराब हो तो ज़रूरत पड़े तो ज़रूर आकर अपना यहाँ पर इलाज करवाइए। अमृतसर से D4 न्यूज़ के लिए दीपक भंडारी की खास रिपोर्ट।